परम सत्कारयोग साध संगत जी, एक बारी सारे अपनी रसना पवित्र करिए ते आखिए धन श्री सतगुरु जगजीत सिंह जी, धन श्री सतगुरु उदय सिंह जी। साध संगत जी, अज दी साखी दा सरलेख है सब घट रम्या राम हमारा। अकाल पुरख हर थां हर वेले हुंदा है। ਉਹ ਜਦੋਂ ਵੀ ਚਾਹੇ ਕਿਸੇ ਉੱਤੇ ਵੀ ਕਿਰਪਾ ਕਰਕੇ ਉਹਨੂੰ ਆਪਣੀ ਲਖਤਾ ਕਰਾ ਸਕਦਾ ਹੈ। ਸਾਖਿਆਤ ਭਗਵਾਨ ਸਤਿਗੁਰੂ ਜਗਜੀਤ ਸਿੰਘ ਜੀ ਨਾਲ ਸੰਬੰਧਿਤ ਇੱਕ ਸੱਚੀ ਘਟਨਾ ਹੈ। ਇਹ ਘਟਨਾ ਕੈਨੇਡਾ ਦੇ ਸੂਬਾ ਰੇਸ਼ਮ ਸਿੰਘ ਜੀ ਦੀ ਸੁਪਤਨੀ ਨੇ ਸੁਣਾਈ ਹੈ। ਇੰਡੀਆ ਦੀ ਇੱਕ ਕੁੜੀ ਰਾਜਵੀਰ ਦਾ ਵਿਆਹ ਕੈਨੇਡਾ ਦੇ ਇੱਕ ਮੁੰਡੇ ਨਾਲ ਹੋਇਆ। ਮੁੰਡਾ ਕਾਫੀ ਸਮਾਂ ਕੁੜੀ ਦੇ ਨਾਲ ਰਹਿਣ ਤੋਂ ਬਾਅਦ ਕੈਨੇਡਾ ਚਲਾ ਗਿਆ। ਕੁਝ ਸਮੇਂ ਬਾਅਦ ਕੁੜੀ ਕੈਨੇਡਾ ਗਈ ਤਾਂ ਉਹਦੇ ਕੁੱਛੜ ਇੱਕ ਬੇਟਾ ਸੀ। ਉੱਥੇ ਜਾ ਕੇ ਉਹਨੂੰ ਪਤਾ ਲੱਗਾ ਕਿ ਉਸਦੇ ਪਤੀ ਦਾ ਤਾਂ ਉੱਥੇ ਕਿਸੇ ਹੋਰ ਕੁੜੀ ਨਾਲ ਅਫੇਅਰ ਚੱਲ ਰਿਹਾ ਹੈ। ਮੁੰਡੇ ਨੇ ਉੱਥੇ ਰਾਜਵੀਰ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਹਨੂੰ ਘਰੋਂ ਕੱਢ ਦਿੱਤਾ। ਵਿਚਾਰੀ ਬੇਬਸ ਕਿਧਰੇ ਜੋਗੀ ਵੀ ਨਾ ਰਹੀ। ਕੁਦਰਤੀ ਉਸ ਦਾ ਸੰਪਰਕ ਇੱਕ ਨਾਮਧਾਰੀ ਬਚਿੱਤਰ ਸਿੰਘ ਜੀ ਦੇ ਨਾਲ ਹੋ ਗਿਆ। ਉਹ ਉਹਨਾਂ ਦੇ ਘਰ ਬੇਸਮੈਂਟ ਦਾ ਇੱਕ ਕਮਰਾ ਕਿਰਾਏ 'ਤੇ ਲੈ ਕੇ ਰਹਿਣ ਲੱਗ ਪਈ। ਉਹਨਾਂ ਦਿਨਾਂ ਵਿੱਚ ਉੱਥੇ ਅੱਸੂ ਦੇ ਪ੍ਰਯੋਗ ਦਾ ਮਹੀਨਾ ਸ਼ੁਰੂ ਹੋ ਗਿਆ। ਘਰ ਦੇ ਮੈਂਬਰ ਪ੍ਰਯੋਗ ਵਿੱਚ ਹਿੱਸਾ ਲੈ ਰਹੇ ਸੀ। ਉਹ ਲੜਕੀ ਵੀ ਘਰ ਵਾਲਿਆਂ ਦੇ ਨਾਲ ਪ੍ਰਯੋਗ ਵਿੱਚ ਜਾਣ ਲੱਗ ਪਈ। ਪਰਿਵਾਰ ਵਾਲਿਆਂ ਨੇ ਉਹਨੂੰ ਆਖਿਆ ਕਿ ਤੂੰ ਵੀ ਭਜਨ ਲੈ ਲੈ। ਉਹਨੇ ਆਖਿਆ ਕਿ ਮੈਂ ਗੁਰੂ ਨਾਨਕ ਦੇਵ ਜੀ ਨੂੰ ਮੰਨਦੀ ਹਾਂ। ਉਹਨੂੰ ਬਚਿੱਤਰ ਸਿੰਘ ਜੀ ਦੇ ਘਰ ਸੱਚੇ ਪਾਤਸ਼ਾਹ ਸਾਧੂ ਜਗਜੀਤ ਸਿੰਘ ਜੀ ਦੀ ਫੋਟੋ ਦੇ ਦਰਸ਼ਨ ਕੀਤੇ ਹੋਏ ਸਨ। ਉਹਨੇ ਬਚਿੱਤਰ ਸਿੰਘ ਜੀ ਦੇ ਘਰ ਸੱਚੇ ਪਾਤਸ਼ਾਹ ਸਾਧੂ ਜਗਜੀਤ ਸਿੰਘ ਜੀ ਦੀ ਫੋਟੋ ਦੇ ਦਰਸ਼ਨ ਕੀਤੇ ਹੋਏ ਸਨ। ਉਹ ਕਹਿਣ ਲੱਗੀ ਕਿ ਜੇ ਮੈਨੂੰ ਸਾਧੂ ਜਗਜੀਤ ਸਿੰਘ ਜੀ ਸਤਿਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਦਰਸ਼ਨ ਦੇ ਦੇਣ ਤਾਂ ਮੈਂ ਭਜਨ ਲਵਾਂਗੀ। ਉਸ ਦੀ ਪੁਕਾਰ ਗੁਰੂ ਨਾਨਕ ਦੇਵ ਜੀ ਦੀ ਦਰਗਾਹ ਵਿੱਚ ਸੁਣੀ ਗਈ। ਉਹਦੇ ਉੱਤੇ ਕਿਰਪਾ ਹੋਣ ਦਾ ਵੇਲਾ ਆ ਗਿਆ। ਉਸ ਨੇ ਦੱਸਿਆ ਕਿ ਇੱਕ ਵਾਰੀ ਉਹਨੂੰ ਵਿਚਾਰਾਂ ਵਿੱਚ ਗੁਆਚੀ ਨੂੰ ਅੱਖਾਂ ਬੰਦ ਕਰਕੇ ਬੈਠਿਆਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋਏ। ਫਿਰ ਝੱਟ ਹੀ ਗੁਰੂ ਨਾਨਕ ਦੇਵ ਜੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਰੂਪ ਵਿੱਚ ਪ੍ਰਗਟ ਹੋ ਗਏ। ਰਾਜਵੀਰ ਬੜੀ ਹੈਰਾਨ ਹੋਈ ਕਿ ਇਹ ਕੀ ਹੋਇਆ ਹੈ। ਉਹਨੂੰ ਬੜੀ ਸ਼ਰਧਾ ਪੈਦਾ ਹੋ ਗਈ। ਉਹਨੇ ਸੂਬਾ ਰੇਸ਼ਮ ਸਿੰਘ ਜੀ ਕੋਲੋਂ ਭਜਨ ਲੈ ਲਿਆ। ਇੱਕ ਦਿਨ ਉਹ ਰਾਤ ਦੇ 11 ਵਜੇ ਆਪਣੀ ਮੰਜੀ 'ਤੇ ਬੈਠੀ ਆਪਣੇ ਦੁੱਖਾਂ ਦੀਆਂ ਗਿਣਤੀਆਂ ਕਰ ਰਹੀ ਸੀ ਕਿ ਇੱਕਦਮ ਉਹਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਉਸ ਨੂੰ ਚਾਨਣਾ ਦਿਸਿਆ। ਬੜਾ ਹੀ ਚਾਨਣ ਸੀ। ਉਸ ਚਾਨਣ ਵਿੱਚੋਂ ਉਸ ਨੂੰ ਸਤਿਗੁਰੂ ਜਗਜੀਤ ਸਿੰਘ ਜੀ ਦੇ ਨੂਰਾਨੀ ਦਰਸ਼ਨ ਹੋ ਗਏ। ਬੜੀ ਹੈਰਾਨ ਹੋਈ ਕਿ ਇਹ ਤੇ ਉਹੀ ਹਨ ਜਿਨ੍ਹਾਂ ਦੀ ਫੋਟੋ ਦੇ ਮੈਂ ਰੋਜ਼ ਦਰਸ਼ਨ ਕਰਦੀ ਹਾਂ। ਉਹਨੇ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਕਿ ਕੀ ਤੁਸੀਂ ਸਤਿਗੁਰੂ ਜੀ ਹੋ? ਸੱਚੇ ਪਾਤਸ਼ਾਹ ਜੀ ਨੇ ਮੁਸਕਰਾ ਕੇ ਉੱਤਰ ਦਿੱਤਾ, ਹਾਂ। ਤਾਂ ਉਹ ਕਹਿਣ ਲੱਗੀ ਕਿ ਮੇਰਾ ਬਿਸਤਰ ਵੀ ਮੈਲਾ ਹੈ, ਕਮਰਾ ਵੀ ਛੋਟਾ ਹੈ, ਮੈਂ ਤੁਹਾਨੂੰ ਕਿੱਥੇ ਬਿਠਾਵਾਂ? ਉਹਦੇ ਕਮਰੇ ਵਿੱਚ ਇੱਕ ਛੋਟਾ ਜਿਹਾ ਮੇਜ਼ ਸੀ। ਸੱਚੇ ਪਾਤਸ਼ਾਹ ਜੀ ਆਪੇ ਹੀ ਉਸ ਮੇਜ਼ ਉੱਤੇ ਚੌਂਕੜਾ ਮਾਰ ਕੇ ਬੈਠ ਗਏ। ਉਸ ਬੀਬੀ ਨੇ ਪੁੱਛਿਆ ਕਿ ਕੀ ਤੁਸੀਂ ਦੁੱਧ ਛਕੋਗੇ? ਸੱਚੇ ਪਾਤਸ਼ਾਹ ਜੀ ਨੇ ਜਵਾਬ ਦਿੱਤਾ ਕਿ ਨਹੀਂ, ਮੈਂ ਪ੍ਰਸ਼ਾਦਾ ਛਕ ਕੇ ਆਇਆ ਹਾਂ, ਮੈਨੂੰ ਜਲ ਛਕਾ ਦੇ। ਉਹ ਕਹਿਣ ਲੱਗੀ ਕਿ ਮੈਂ ਕਿਸੇ ਸੋਧੀ ਨੂੰ ਬੁਲਾਵਾਂ? ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਨਹੀਂ, ਤੂੰ ਛਕਾ। ਉਸ ਨੂੰ ਪਤਾ ਸੀ ਕਿ ਘਰ ਵਾਲੇ ਸੋਧੀ ਹਨ, ਨਾਲੇ ਸੋਧ ਬਾਰੇ ਉਹਨੂੰ ਕਾਫੀ ਪਤਾ ਸੀ। ਉਹ ਕਹਿਣ ਲੱਗੀ ਕਿ ਘਰ ਵਾਲਿਆਂ ਦੀ ਰਸੋਈ ਸੋਧ ਦੀ ਹੈ, ਨਾਲੇ ਰਾਤ ਦੇ 11 ਵਜੇ ਹਨ, ਮੈਂ ਉਹਨਾਂ ਦੀ ਰਸੋਈ ਵਿੱਚ ਕਿਸ ਤਰ੍ਹਾਂ ਜਾਵਾਂ? ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਜਾ, ਤੈਨੂੰ ਕੋਈ ਨਹੀਂ ਵੇਖਦਾ। ਰਾਜਵੀਰ ਉੱਤੇ ਜਾ ਕੇ ਬਾਟਾ ਰੇਤ ਨਾਲ ਮਾਂਜ ਕੇ ਆਪਣੀ ਰੇਸ਼ਮੀ ਚੁੰਨੀ ਨਾਲ ਫੜ ਕੇ ਜਲ ਭਰ ਕੇ ਲੈ ਆਈ। ਸੱਚੇ ਪਾਤਸ਼ਾਹ ਜੀ ਨੇ ਜਲ ਛਕ ਲਿਆ। ਉਹ ਬੈਠ ਕੇ ਆਪਣੀ ਦੁੱਖ ਸੁਣਾਉਣ ਲੱਗ ਪਈ। ਸੱਚੇ ਪਾਤਸ਼ਾਹ ਜੀ ਨੇ ਉਹਨੂੰ ਹੌਸਲਾ ਦਿੱਤਾ। ਇੰਨੇ ਚਿਰ ਨੂੰ ਘਰ ਵਾਲਿਆਂ ਨੇ ਉਹਨੂੰ ਆਵਾਜ਼ ਮਾਰੀ ਕਿ ਇੰਡੀਆ ਤੋਂ ਤੇਰੇ ਪਿਤਾ ਜੀ ਦਾ ਟੈਲੀਫੋਨ ਆਇਆ ਹੈ। ਸੱਚੇ ਪਾਤਸ਼ਾਹ ਜੀ ਨੇ ਉਹਨੂੰ ਹੁਕਮ ਕੀਤਾ ਕਿ ਜਾ, ਟੈਲੀਫੋਨ ਸੁਣ ਲੈ, ਅਸੀਂ ਫੇਰ ਆ ਜਾਵਾਂਗੇ। ਉਹਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ
ਜਦੋਂ ਉਹਦੇ ਵੇਖਦਿਆਂ ਹੀ ਸੱਚੇ ਪਾਤਸ਼ਾਹ ਜੀ ਉੱਥੋਂ ਅਲੋਪ ਹੋ ਗਏ। ਉਸ ਤੋਂ ਬਾਅਦ ਉਹਨੂੰ ਇੰਨਾ ਵੈਰਾਗ ਹੋ ਗਿਆ ਕਿ ਉਹ 2-3 ਦਿਨ ਅੰਦਰ ਵੜ ਕੇ ਰੋਂਦੀ ਹੀ ਰਹੀ। ਘਰ ਵਾਲੇ ਨੇ ਪੁੱਛਿਆ ਕਿ ਤੂੰ ਅੰਦਰ ਵੜ ਕੇ ਕੀ ਕਰਦੀ ਹੈ? ਉਸ ਨੇ ਸੱਚੇ ਪਾਤਸ਼ਾਹ ਜੀ ਦੇ ਆਉਣ ਦੀ ਸਾਰੀ ਵਾਰਤਾ ਦੱਸੀ ਅਤੇ ਉਸ ਨੇ ਜਲ ਛਕਾਉਣ ਵਾਲਾ ਬਾਟਾ ਵੀ ਵਿਖਾਇਆ। ਘਰ ਵਾਲਿਆਂ ਨੇ ਉਸ ਕੋਲੋਂ ਸੱਚੇ ਪਾਤਸ਼ਾਹ ਦੀਆਂ ਨਿਸ਼ਾਨੀਆਂ ਪੁੱਛੀਆਂ। ਠੀਕ ਨਿਸ਼ਾਨੀਆਂ ਸੁਣ ਕੇ ਉਹਨਾਂ ਨੂੰ ਵਿਸ਼ਵਾਸ ਹੋ ਗਿਆ। ਉਹਨਾਂ ਨੇ ਭੈਣੀ ਸਾਹਿਬ ਟੈਲੀਫੋਨ ਕਰਕੇ ਪੁੱਛਿਆ ਕਿ ਉਸ ਵੇਲੇ ਸੱਚੇ ਪਾਤਸ਼ਾਹ ਜੀ ਕਿੱਥੇ ਸਨ। ਪਤਾ ਲੱਗਾ ਕਿ ਉਸ ਵੇਲੇ ਸੱਚੇ ਪਾਤਸ਼ਾਹ ਜੀ ਪ੍ਰਸ਼ਾਦਾ ਛਕ ਕੇ ਬਿਰਾਜੇ ਹੋਏ ਸਨ। ਉਹ ਕਾਟਕਾਟ ਵਾਸੀ ਸਤਿਗੁਰੂ ਜੀ ਦੀ ਚੋਜ ਸੁਣ ਕੇ ਹੈਰਾਨ ਹੋ ਗਏ। ਧੰਨ ਹਨ ਸਤਿਗੁਰੂ ਜੀ ਦੇ ਚੋਜ। ਤੂੰ ਸਭਨੀ ਥਾਈਂ ਜਿੱਥੇ ਹਉ ਜਾਈ। ਜਦੋਂ ਬੀਬਾ ਜੀ ਦਾ ਜਨਮ ਹੋਇਆ ਤਾਂ ਉਦੋਂ ਬੀਬੀ ਨਰਿੰਦਰ ਕੌਰ ਜੀ ਅਫਰੀਕਾ ਰਹਿੰਦੇ ਸਨ। ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਹੁਕਮ ਦੇ ਕੇ ਸ਼੍ਰੀ ਭੈਣੀ ਸਾਹਿਬ ਬੁਲਾ ਲਿਆ ਅਤੇ ਬੀਬਾ ਜੀ ਨੂੰ ਪਾਲਣ ਦੀ ਸੇਵਾ ਬਖਸ਼ ਦਿੱਤੀ। ਜਦੋਂ ਬੀਬਾ ਜੀ ਅਜੇ 7-8 ਸਾਲਾਂ ਦੇ ਸਨ ਤਾਂ ਸੱਚੇ ਪਾਤਸ਼ਾਹ ਸਾਧੂ ਜਗਜੀਤ ਸਿੰਘ ਜੀ ਅਤੇ ਸ਼੍ਰੀ ਮਾਤਾ ਜੀ ਥਾਈਲੈਂਡ ਦੇ ਦੌਰੇ 'ਤੇ ਚਲੇ ਗਏ। ਸੱਚੇ ਪਾਤਸ਼ਾਹ ਜੀ ਥਾਈਲੈਂਡ ਦੇ ਦੌਰੇ ਤੋਂ ਬਾਅਦ ਅਫਰੀਕਾ ਚਲੇ ਗਏ। ਉਹਨਾਂ ਦਿਨਾਂ ਵਿੱਚ ਸਕੂਲਾਂ ਵਿੱਚ ਛੁੱਟੀਆਂ ਹੋਣ ਕਰਕੇ ਬੀਬਾ ਜੀ ਦੀਆਂ ਕੁਝ ਸਹੇਲੀਆਂ ਵੀ ਸ਼੍ਰੀ ਭੈਣੀ ਸਾਹਿਬ ਦੇ ਕੋਲ ਆਈਆਂ ਹੋਈਆਂ ਸਨ। ਸਾਰੀਆਂ ਕੁੜੀਆਂ ਬਹੁਤ ਉਦਾਸ ਹੋ ਗਈਆਂ ਕਿ ਸੱਚੇ ਪਾਤਸ਼ਾਹ ਜੀ ਨੂੰ ਬਹੁਤ ਦੇਰ ਹੋ ਗਈ ਹੈ। ਬੀਬੀ ਨਰਿੰਦਰ ਕੌਰ ਜੀ ਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਸਵੇਰੇ ਉੱਠ ਕੇ ਪ੍ਰਯੋਗ ਕਰਿਆ ਕਰੋ ਤਾਂ ਸੱਚੇ ਪਾਤਸ਼ਾਹ ਜੀ ਤੁਹਾਨੂੰ ਛੇਤੀ ਹੀ ਦਰਸ਼ਨ ਦੇਣਗੇ। ਕੁੜੀਆਂ ਰੋਜ਼ ਸਵੇਰੇ ਉੱਠ ਕੇ ਪ੍ਰਯੋਗ ਕਰਨ ਲੱਗ ਪਈਆਂ। ਬੜੀਆਂ ਹੀ ਉਦਾਸ ਹੋ ਗਈਆਂ ਕਿ ਅੱਗੇ ਤੇ ਕਦੀ ਨਿੰਦਰ ਵਿੱਚ ਹੀ ਦਰਸ਼ਨ ਹੋ ਜਾਂਦੇ ਸਨ, ਹੁਣ ਸਾਨੂੰ ਉਹ ਵੀ ਨਹੀਂ ਹੁੰਦੇ। ਇੱਕ ਵਾਰੀ ਕੋਈ ਰਾਤ ਦੇ 7-8 ਵਜੇ ਦੀ ਗੱਲ ਹੈ। ਬੜਾ ਹੀ ਮੀਂਹ ਅਤੇ ਝੱਖੜ ਚੱਲ ਰਿਹਾ ਸੀ। ਉਹਨਾਂ ਦਿਨਾਂ ਵਿੱਚ ਜਿਸ ਬਿਲਡਿੰਗ ਵਿੱਚ ਉਹ ਰਹਿ ਰਹੇ ਸਨ ਉਹਦੇ ਆਲੇ ਦੁਆਲੇ ਕੋਈ ਰਿਹਾਇਸ਼ ਨਹੀਂ ਸੀ। ਕੁੜੀਆਂ ਆਪਣੇ ਆਪਣੇ ਬਿਸਤਰਿਆਂ ਵਿੱਚ ਵੜ ਕੇ ਸੌ ਗਈਆਂ। ਉਸ ਬਿਲਡਿੰਗ ਦੀ ਥੱਲੇ ਦੀ ਮੰਜ਼ਿਲ ਦਾ ਦਰਵਾਜ਼ਾ ਖੜਕਿਆ। ਬੀਬੀ ਨਰਿੰਦਰ ਕੌਰ ਜੀ ਸੋਚਣ ਲੱਗੇ ਕਿ ਇਹੋ ਜਿਹੇ ਮੌਸਮ ਵਿੱਚ ਕੌਣ ਆਇਆ ਹੈ। ਫਿਰ ਉੱਪਰਲੀ ਮੰਜ਼ਿਲ ਦਾ ਦਰਵਾਜ਼ਾ ਖੜਕਣ ਲੱਗ ਪਿਆ। ਉਹ ਡਰ ਗਏ ਕਿ ਕੌਣ ਆਇਆ ਹੈ। ਫਿਰ ਉਹਨਾਂ ਦੇ ਕਮਰੇ ਦਾ ਦਰਵਾਜ਼ਾ ਖੜਕਿਆ ਅਤੇ ਆਪ ਹੀ ਖੁੱਲ੍ਹ ਗਿਆ। ਸੱਚੇ ਪਾਤਸ਼ਾਹ ਸਾਧੂ ਜਗਜੀਤ ਸਿੰਘ ਜੀ ਦੇ ਅੰਡੀ ਦੀ ਚਾਦਰ ਦੀ ਬੁੱਕਲ ਮਾਰਿਆ ਹੋਇਆਂ ਦੇ ਅੰਦਰ ਦਰਸ਼ਨ ਹੋਏ। ਬੀਬੀ ਜੀ ਨੇ ਉੱਠ ਕੇ ਮੱਥਾ ਟੇਕਿਆ। ਸੱਚੇ ਪਾਤਸ਼ਾਹ ਜੀ ਦੇ ਨੂਰੀ ਚਿਹਰੇ 'ਤੇ ਰੌਸ਼ਨੀ ਸੀ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਕੁੜੀਆਂ ਸੌ ਗਈਆਂ ਹਨ। ਬੀਬੀ ਜੀ ਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਜੀ ਮੈਂ ਉਹਨਾਂ ਨੂੰ ਉਠਾ ਦਿੰਦੀ ਹਾਂ। ਹੁਕਮ ਹੋਇਆ ਕਿ ਨਹੀਂ, ਅਸੀਂ ਹੁਣ ਛੇਤੀ ਹੀ ਆ ਜਾਣਾ ਹੈ। ਇੰਨਾ ਬਚਨ ਕਰਕੇ ਉਹ ਅਲੋਪ ਹੋ ਗਏ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ।